ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦੇ ਵੱਲੋਂ ਕਿਸਾਨਾਂ ਤੋਂ ਸੁਝਾਅ ਮੰਗਿਆ ਗਿਆ ਹੈ। ਉਹਨਾਂ ਨੇ ਕਿਹਾ ਕਿ ਕਿਸਾਨ ਹੀ ਖੁਦ ਸੁਝਾਅ ਦੇ ਦੇਣ ਕਿ ਮਸਲੇ ਦਾ ਹੱਲ ਕੀ ਹੋਵੇਗਾ, ਕਿਵੇਂ ਹੋਵੇਗਾ। ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਕਿਸਾਨਾਂ ਨੂੰ ਕਿਹਾ ਹੁਣ ਤੱਕ ਦੀ ਸਭ ਤੋਂ ਵੱਡੀ ਅਪਡੇਟ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ। ਪਹਿਲਾਂ ਪ੍ਰਸਤਾਵ ਰੱਖਿਆ ਗਿਆ ਸੋਧਾਂ ਦਾ ਸਰਕਾਰ ਦੇ ਵੱਲੋਂ ਕਿਸਾਨਾਂ ਦੇ ਅੱਗੇ, ਜਿਸ ਤੋਂ ਬਾਅਦ ਚ ਕਿਸਾਨਾਂ ਨੇ ਇਸ ਪ੍ਰਸਤਾਵ ਨੂੰ ਰੱਦ ਕਰ ਦਿੱਤਾ, ਠੁਕਰਾ ਦਿੱਤਾ। ਜਿਸ ਤੋਂ ਬਾਅਦ ਚ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦੇ ਵੱਲੋਂ ਸੁਝਾਅ ਮੰਗਿਆ ਗਿਆ ਕਿਸਾਨਾਂ ਦੇ ਵੱਲੋਂ, ਕਿਸਾਨ ਆਗੂਆਂ ਦੇ ਵੱਲੋਂ ਕਿ ਤੁਸੀਂ ਦੱਸ ਦਿਓ ਕਿ ਇਸ ਮਸਲੇ ਦਾ ਹੱਲ ਕੀ ਹੋਵੇ। ਕਿਸਾਨਾਂ ਤੋਂ ਮਸਲੇ ਦਾ ਹੱਲ ਪੁੱਛਿਆ ਗਿਆ। ਹੁਣ ਤੁਸੀਂ ਦੱਸੋ ਕਿ ਕਿਵੇਂ ਮਸਲੇ ਦਾ ਹੱਲ ਕੱਢਿਆ ਜਾਵੇ। ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਕਿਸਾਨਾਂ ਨੂੰ ਕਿਹਾ, ਕਿਸਾਨਾਂ ਤੋਂ ਸੁਝਾਅ ਮੰਗਿਆ ਗਿਆ ਹੈ। ਰੇੜਕਾ ਬਰਕਰਾਰ ਹੈ, ਅਜੇ ਵੀ ਮਸਲੇ ਦਾ ਹੱਲ ਨਿਕਲਦਾ ਹੋਇਆ ਅਜੇ ਵੀ ਨਜ਼ਰ ਨਹੀਂ ਆ ਰਿਹਾ। ਸਰਕਾਰ ਕਹਿੰਦੀ ਹੈ ਕਿ ਸੋਧਾਂ ਕਰਵਾ ਲਓ, ਪਰ ਕਿਸਾਨ ਕਹਿੰਦੇ ਨੇ ਕਿ ਸੋਧਾਂ ਮਨਜ਼ੂਰ ਨਹੀਂ ਹੈ, ਖੇਤੀ ਕਾਨੂੰਨ ਰੱਦ ਕਰੋ। ਤੇ ਇਸ ਦੇ ਵਿਚਾਲੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਕਿਸਾਨਾਂ ਤੋਂ ਪੁੱਛਦੇ ਨੇ ਕਿ ਤੁਸੀਂ ਹੱਲ ਦੱਸ ਦਿਓ। ਕਿਸਾਨ ਹੱਲ ਦੱਸ ਦੇਣ ਕਿ ਮਸਲੇ ਦਾ ਹੱਲ ਕਿਵੇਂ ਹੋਏ, ਮਸਲੇ ਦਾ ਹੱਲ ਕਿਵੇਂ ਨਿਕਲੇ। ਪਰ ਕਿਸਾਨ ਪਹਿਲਾਂ ਹੀ ਕਹਿ ਰਹੇ ਨੇ ਕਿ ਖੇਤੀ ਕਾਨੂੰਨ ਰੱਦ ਕਰ ਦਿਓ ਤਾਂ ਮਸਲੇ ਦਾ ਹੱਲ ਨਿਕਲ ਜਾਵੇਗਾ। ਪਰ ਸਰਕਾਰ ਖੇਤੀ ਕਾਨੂੰਨ ਰੱਦ ਕਰਨ ਦੇ ਲਈ ਤਿਆਰ ਨਹੀਂ ਹੈ। ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਅੱਜ ਦੀ ਮੀਟਿੰਗ ਦੇ ਵਿੱਚ, ਬੈਠਕ ਦੇ ਵਿੱਚ ਸੁਪਰੀਮ ਕੋਰਟ ਦੇ ਫੈਸਲੇ ਦਾ ਹਵਾਲਾ ਦਿੱਤਾ ਹੈ। ਉਹਨਾਂ ਨੇ ਸਾਫ਼ ਕਿਹਾ ਹੈ ਕਿ ਖੇਤੀ ਕਾਨੂੰਨਾਂ ਤੇ ਸੁਪਰੀਮ ਕੋਰਟ ਰੋਕ ਲਗਾ ਚੁੱਕੀ ਹੈ, ਇਸ ਕਰਕੇ ਹੁਣ ਸਿਰਫ ਸੋਧਾਂ ਤੇ ਹੀ ਚਰਚਾ ਹੋਵੇ। ਤੇ ਕਿਸਾਨਾਂ ਤੋਂ ਸੁਝਾਅ ਵੀ ਮੰਗਿਆ ਗਿਆ ਮਸਲੇ ਦਾ, ਮੁੱਦੇ ਦਾ ਹੱਲ ਦੇ ਲਈ। ਲਗਾਤਾਰ ਕਈ ਮਹੀਨਿਆਂ ਤੋਂ ਜਿਹੜਾ ਇਹ ਪੂਰਾ ਮੁੱਦਾ ਗਰਮਾਇਆ ਹੋਇਆ, ਪੂਰੇ ਦੇਸ਼ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ। ਤੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਕਿਸਾਨਾਂ ਨੂੰ ਕਿਹਾ ਕਿ ਹੁਣ ਤੁਸੀਂ ਹੱਲ ਦੱਸ ਦਿਓ, ਇਸ ਮਸਲੇ ਦਾ ਹੱਲ ਕੀ ਹੋਵੇ, ਕਿਵੇਂ ਹੋਵੇ, ਇਹ ਮਸਲਾ ਕਿਵੇਂ ਨਿਪਟੇ, ਕਿਵੇਂ ਨਿਚੋੜ ਤੱਕ ਪਹੁੰਚੇ, ਕਿਵੇਂ ਮਸਲੇ ਦਾ ਨਤੀਜਾ ਕੋਈ ਸਾਰਥਕ ਨਿਕਲ ਕੇ ਸਾਹਮਣੇ ਆ ਸਕੇ। ਪਰ ਅਜੇ ਤੱਕ ਸਾਰਥਕ ਨਤੀਜਾ, ਕੋਈ ਨਿਚੋੜ ਨਿਕਲਦਾ ਹੋਇਆ ਨਜ਼ਰ ਨਹੀਂ ਆ ਰਿਹਾ। ਹਰ ਤਰ੍ਹਾਂ ਦੇ ਦੌਰ ਦੀ ਬੈਠਕ ਦੇ ਦੌਰਾਨ ਵੀ, ਪਹਿਲਾਂ ਵੀ 8 ਦੌਰ ਦੀਆਂ ਬੈਠਕਾਂ ਦੇ ਵਿੱਚ ਇਹੀ ਕੁਝ ਹੋ ਚੁੱਕਿਆ ਹੈ। ਸਰਕਾਰ ਅਲੱਗ-ਅਲੱਗ ਪੁਆਇੰਟ ਤੇ, ਕਿਸਾਨ ਅਲੱਗ-ਅਲੱਗ ਬਿੰਦੂਆਂ ਤੇ ਗੱਲ ਕਰ ਚੁੱਕੇ ਨੇ। ਕਿਸਾਨ ਸਾਫ਼ ਤੌਰ ਤੇ ਕਹਿ ਚੁੱਕੇ ਨੇ ਕਿ ਹੁਣ ਚਰਚਾ ਨਹੀਂ ਕਰਨੀ, ਕੱਲੇ-ਕੱਲੇ ਪੁਆਇੰਟ ਤੇ ਹੀ ਚਰਚਾ ਕਰ ਚੁੱਕੇ ਹਾਂ। ਸਿਰਫ ਹੁਣ ਇਸ ਤੇ ਚਰਚਾ ਕਰੋ ਕਿ ਖੇਤੀ ਕਾਨੂੰਨ ਰੱਦ ਕਦੋਂ ਹੋਣਗੇ, ਕਿਵੇਂ ਹੋਣਗੇ। ਸਿੱਧਾ ਰੁਖ ਕਰਦੇ ਹਾਂ ਗਰਾਊਂਡ ਜ਼ੀਰੋ ਦਾ, ਟਿੱਕਰੀ ਬਾਰਡਰ ਦਾ। ਟਿੱਕਰੀ ਬਾਰਡਰ ਤੋਂ ਮੇਰੇ ਸਹਿਯੋਗੀ ਭੁੱਲਰਜੀਤ ਜੁੜੇ ਹੋਏ ਨੇ। ਭੁੱਲਰ, ਜੇਕਰ ਹੁਣ ਤੱਕ ਦੀ ਗੱਲ ਕੀਤੀ ਜਾਵੇ ਤਾਂ ਸਰਕਾਰ ਨੇ ਜਿੱਥੇ ਕਿ ਸੁਪਰੀਮ ਕੋਰਟ ਦੇ ਫੈਸਲੇ ਦਾ ਹਵਾਲਾ ਦਿੱਤਾ ਹੈ, ਉੱਥੇ ਉਹਨਾਂ ਨੇ ਕਿਸਾਨਾਂ ਤੋਂ ਸੁਝਾਅ ਮੰਗਿਆ ਗਿਆ ਕਿ ਕਿਸਾਨ ਖੁਦ ਦੱਸ ਦੇਣ ਕਿ ਮਸਲੇ ਦਾ ਹੱਲ ਕੀ ਹੋਵੇ, ਕਿਵੇਂ ਨਿਕਲੇ। 9ਵੇਂ ਗੇੜ ਦੀ ਮੀਟਿੰਗ ਹੋ ਰਹੀ ਹੈ, 8 ਦੌਰ ਦੀਆਂ ਬੈਠਕਾਂ ਹੋ ਚੁੱਕੀਆਂ ਨੇ, ਪਰ ਅੱਜ ਵੀ ਮਸਲੇ ਦਾ ਹੱਲ ਕੋਈ ਨਿਕਲਦਾ ਹੋਇਆ ਨਜ਼ਰ ਨਹੀਂ ਆ ਰਿਹਾ। ਹੁਣ ਤੱਕ ਦੀ ਅਪਡੇਟ ਨੂੰ ਲੈ ਕੇ ਕਿਸਾਨਾਂ ਦਾ ਪੱਖ ਜਾਣਨ ਦੀ ਕੋਸ਼ਿਸ਼ ਕਰਾਂਗੇ, ਜਿਹੜੇ ਬਾਰਡਰ ਤੇ ਲਗਾਤਾਰ ਡਟੇ ਹੋਏ ਨੇ। ਕਿਸਾਨਾਂ ਦਾ ਕੀ ਕਹਿਣਾ ਹੈ? बिल्कुल परमिंदर, पहला अपडेट कर दिया इस वेले ਸਿੰਘੂ ਬਾਰਡਰ ਦੇ ਉੱਪਰ ਮੌਜੂਦ ਆ ਔਰ 9ਵੇਂ ਗੇੜ ਦੀ ਬੇहद ਅਹਿਮ ਮੀਟਿੰਗ ਇਸ ਵੇਲੇ ਜਾਰੀ ਹੈ। ਤਾਂ ਸਾਡੇ ਨਾਲ ਕਿਸਾਨ ਮੌਜੂਦ ਨੇ, ਇਹਨਾਂ ਤੋਂ ਜਾਣਦੇ ਹਾਂ। ਤਾਂ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਕਿਸਾਨ ਦੱਸ ਦੇਣ ਕਿ ਮਸਲੇ ਦਾ ਹੱਲ ਕਿਵੇਂ ਨਿਕਲੂਗਾ। ਅਸੀਂ ਜਿਹੜੇ ਜਿਹੜੇ ਕਾਲੇ ਕਾਨੂੰਨ ਤੇ ਬਣਾਏ ਰੱਦ ਕਰੇ ਤੇ ਅਸੀਂ ਵੀ ਘਰਾਂ ਨੂੰ ਜਾਈਏ। ਉਹਨਾਂ ਜੇ ਨਾ ਕੀਤੇ ਤੇ ਉਹਨਾਂ ਇੱਥੇ ਰਹਾਂਗੇ, ਜਾਂ ਇਦਾਂ ਚੱਲਦਾ ਰਹੂਗਾ ਕੰਮ। ਕੋਈ ਟਰਾਲੀਆਂ ਆ ਗਈਆਂ, ਕੋਈ ਚਲੇ ਗਈਆਂ, ਪਿਛਾਂਹ ਨਹੀਂ ਹਟਦੇ। ਪਰ ਸਰਕਾਰ ਕਹਿ ਰਹੀ ਹੈ ਕਿ ਕਾਨੂੰਨ ਰੱਦ ਨਹੀਂ ਹੋਣੇ, ਕੋਈ ਹੋਰ ਵਿਚਕਾਰਲਾ ਰਸਤਾ ਹੈ। ਰੱਦ ਕਰਨਗੇ ਤੇ ਅਸੀਂ ਜਾਵਾਂਗੇ, ਉਹਨਾਂ ਜਿਹੜੇ ਇੱਥੇ ਰਹਾਂਗੇ ਅਸੀਂ ਜਾ ਨਹੀਂ ਸਕਦੇ। ਆਉਂਦੇ ਰਹਾਂਗੇ, ਜਾਂਦੇ ਰਹਾਂਗੇ, ਮੋਰਚਾ ਨਹੀਂ ਛੱਡਾਂਗੇ ਉਹਨਾਂ ਜਿਹੜੇ ਅਸੀਂ, ਜਿਵੇਂ ਸਾਨੂੰ ਨਿਆਂ ਨਹੀਂ ਮਿਲਦਾ, ਸਾਡਾ ਹੱਕ ਨਹੀਂ ਮਿਲਦਾ ਜਿੰਨਾ ਚਿਰ, ਉਹਨਾਂ ਚਿਰ ਨਹੀਂ। ਬਾਪੂ ਜੀ, ਕੀ ਲੱਗਦਾ ਜਿਹੜੀ ਅੱਜ ਮੀਟਿੰਗ ਚੱਲ ਰਹੀ ਹੈ, ਕਿੰਨੀਆਂ ਕੁ ਉਮੀਦਾਂ ਨੇ ਅੱਜ ਦੀ ਮੀਟਿੰਗ ਤੋਂ? ਮੀਟਿੰਗ ਜੀ ਸਾਨੂੰ ਇਹਨਾਂ ਮੀਟਿੰਗਾਂ ਦਾ ਕੀ, ਅੱਗੇ 10 ਵਾਰੀ ਇਹਨਾਂ ਨੇ ਸਾਨੂੰ ਵਰਾ ਚੁੱਕਿਆ ਤੇ ਆਹ ਕਦੇ ਲਾਲਚ ਦਿੰਦੇ, ਕਹਿ ਦਿੰਦੇ ਆ। ਜਿੰਨਾ ਸਾਡੇ ਕਾਨੂੰਨ ਰੱਦ ਨਹੀਂ ਹੁੰਦੇ ਉਹਨਾਂ 'ਚ ਬਿਲਕੁਲ ਅਸੀਂ ਮੋਰਚਾ ਜਾਰੀ ਰੱਖਾਂਗੇ। ਇਹ ਸੰਘਰਸ਼ ਨਹੀਂ ਚੱਲੇਗਾ ਉਹਨਾਂ ਚਿਰ, ਬਿਲਕੁਲ ਨਹੀਂ ਅਸੀਂ ਪਿੱਛੇ ਹਟਾਂਗੇ ਜਿੰਨੇ ਸਾਡੇ ਕੰਮ ਚੱਲੇਗਾ। ਤਾਂ ਸੰਘਰਸ਼ ਤੇਜ਼ ਰਹਿਣ ਦੀ ਗੱਲ ਕੀਤੀ ਆ। ਤਸਵੀਰਾਂ ਦਿਖਾਉਣਾ ਚਾਹੁੰਦੇ ਆ, ਕੁਝ ਵੱਖਰੀ ਪੋਸ਼ਾਕ ਇੱਥੇ ਕੁਝ ਪਹਿਨ ਕੇ ਪ੍ਰੋਟੈਸਟ ਕਰ ਰਹੇ ਨੇ। ਅੱਜ ਮੀਟਿੰਗ ਚੱਲ ਰਹੀ ਹੈ ਕੇਂਦਰ ਦੇ ਨਾਲ ਔਰ ਕੇਂਦਰੀ ਖੇਤੀਬਾੜੀ ਮੰਤਰੀ ਨੇ ਕਿਸਾਨਾਂ ਨੂੰ ਕਿਹਾ ਕਿ ਤੁਸੀਂ ਦੱਸੋ ਕਿ ਰਸਤੇ ਦਾ ਹੱਲ ਕਿਵੇਂ ਨਿਕਲੂਗਾ। वेरी सिंपल हल, अगर नीयत अच्छी है तो सारा कुछ हल 1 मिनट च हल हो सकता है। सुप्रीम कोर्ट भी कर सकती है, 10 साल ही बैन कर दो। अगर कोई दवाई किसी को माफक नहीं तो उन्होंने बैन कर देने, बैन कर दो, अगली गवर्नमेंट आएगी कैंसल कर देगी। ये तो नहीं होता जी कैंसल, बड़ा वेरी सिंपल फार्मूला। नीयत ते नीति सच्ची होनी चाहिए तो सारा कुछ सौखा हो जाए। ਤਾਂ ਨੀਤ ਤੇ ਨੀਤੀ ਦੀ ਗੱਲ ਹੋ ਰਹੀ ਆ ਤਾਂ ਕਿਤੇ ਨਾ ਕਿਤੇ ਮਨਸ਼ਾ ਦੇ ਉੱਪਰ ਵੀ ਸਵਾਲ ਚੁੱਕੇ ਜਾ ਰਹੇ ਨੇ। ਨੌਜਵਾਨਾਂ ਦਾ ਵੀ ਇਸ ਅੰਦੋਲਨ ਦੇ ਵਿੱਚ ਬਹੁਤ ਵੱਡਾ ਰੋਲ ਹੈ। ਸਾਡੇ ਨਾਲ ਨੌਜਵਾਨ ਵੀਰ ਵੀ ਖੜੇ ਨੇ। ਤਾਂ ਕੀ ਲੱਗ ਰਿਹਾ ਕਿ
ਸਹੀ ਫੈਸਲਾ ਹੋ ਜਾਏਗਾ, ਅੱਜ ਕੋਈ ਹੱਲ ਨਿਕਲੇਗਾ? ਦੇਖੋ ਇਹਨਾਂ ਦਾ ਕੋਈ ਵੀ ਹੱਲ ਨਿਕਲੇ ਨਾ ਨਿਕਲੇ, ਅਸੀਂ ਹੱਕ ਲਏ ਬਗੈਰ ਨਹੀਂ ਮੁੜਦੇ। ਅਸੀਂ ਇੱਥੇ ਹੀ ਡਟੇ ਰਹਾਂਗੇ ਤਦ ਤੱਕ ਜਦ ਤੱਕ ਅਸੀਂ ਆਪਣੇ ਹੱਕ ਨਹੀਂ ਲੈ ਲੈਂਦੇ। ਅਸੀਂ ਉਦੋਂ ਤੱਕ ਭਾਵੇਂ ਸਾਡੀ ਜਾਨ ਕਿਉਂ ਨਾ ਚਲੀ ਜਾਵੇ, ਅਸੀਂ ਇੱਥੇ ਹੀ ਰਵਾਂਗੇ ਜਦ ਤੱਕ ਸਾਡੇ ਹੱਕ ਨਹੀਂ ਮੁੜਦੇ ਸਾਨੂੰ। ਤਾਂ ਕਿਸੇ ਵੀ ਕੁਰਬਾਨੀ ਦੇਣ ਲਈ ਤਿਆਰ ਨੇ ਇੱਥੇ, ਤਾਂ ਲਗਾਤਾਰ ਕਹਿ ਰਹੇ ਨੇ ਕਿ ਜਦ ਤੱਕ ਉਹਨਾਂ ਨੂੰ ਬਣਦੇ ਹੱਕ ਨਹੀਂ ਮਿਲਣਗੇ, ਜਦ ਤੱਕ ਇਹ ਕਾਨੂੰਨ ਵਾਪਸ ਨਹੀਂ ਹੁੰਦੇ, ਵਾਪਸ ਨਹੀਂ ਜਾਣ ਵਾਲੇ। ਤਾਂ ਅੱਜ ਦੀ ਮੀਟਿੰਗ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਕੇਂਦਰੀ ਮੰਤਰੀ ਕਹਿ ਰਹੇ ਨੇ ਕਿ ਕਿਸਾਨ ਦੱਸ ਦੇਣ ਮਸਲੇ ਦਾ ਹੱਲ ਕਿਵੇਂ ਹੋਊ। ਬਿਲਕੁਲ, ਸਾਨੂੰ ਤਾਂ ਕੋਈ ਉਮੀਦ ਨਹੀਂ ਜੀ। ਜੇ ਮਸਲੇ ਦਾ ਹੱਲ ਕੋਈ ਕਰਨਾ ਚਾਹੁੰਦੇ ਆ ਤੇ ਸਰਕਾਰ ਨੇ ਹੀ ਕਰਨਾ, ਜਦੋਂ ਮਰਜ਼ੀ ਕਰ ਦੇਵੇ। ਹੋਰ ਤਾਂ ਕੋਈ ਇਸ ਤੋਂ ਇਲਾਵਾ ਕੋਈ ਫਾਰਮੂਲਾ ਹੈ ਹੀ ਨਹੀਂ। ਕਿਸਾਨਾਂ ਨੇ ਉਹਨਾਂ ਨੇ ਵਕਤ ਪਾਇਆ ਆਪਣਾ, ਸਰਕਾਰ ਨੇ, ਤੇ ਸਰਕਾਰ ਨੂੰ ਹੀ ਨਜਿੱਠਣਾ ਪੈਣਾ ਜੀ। ਤੇ ਕੁਰਬਾਨੀ ਲਈ ਅਸੀਂ ਤਿਆਰ ਆ, ਹਰ ਕਿਸਮ ਦੀ ਕੁਰਬਾਨੀ ਦੇਣ ਨੂੰ ਤਿਆਰ ਆ। ਕੀ ਲੱਗਦਾ ਜੀ ਸੰਘਰਸ਼ ਹੋਰ ਕਿੰਨਾ ਕੁ ਲੰਮਾ ਚੱਲੂਗਾ? ਵਰਤਾ ਜੀ ਸਰਕਾਰ ਦੇ ਸਿਰ ਤੇ ਹੈ, ਕਿੰਨਾ ਕੁ ਲੰਮਾ ਚਲਾਉਣਾ ਚਾਹੁੰਦੀ ਹੈ। ਉਹ ਤਾਂ ਕੋਈ ਹੱਲ ਕਰਦੇ ਤਾਂ ਅੱਜ ਸੰਘਰਸ਼ ਤਾਂ ਖਤਮ ਹੋ ਸਕਦਾ ਜੀ। ਗੱਲ ਤਾਂ ਇਹ ਬਾਕੀ ਨਹੀਂ, ਸਰਕਾਰ ਤਾਂ ਕਹਿ ਰਹੀ ਹੈ ਕਿ ਕਿਸਾਨਾਂ ਨੂੰ ਅਸੀਂ ਸੌਦਾ ਕਰਨ ਨੂੰ ਤਿਆਰ ਹਾਂ, ਪਰ ਕਿਸਾਨ ਕਹਿ ਰਹੇ ਨੇ ਕਿ ਸਾਨੂੰ ਸੌਦਾ ਮਨਜ਼ੂਰ ਨਹੀਂ, ਅਸੀਂ ਕਾਨੂੰਨ ਵਾਪਸ ਕਰਾਉਣਾ। ਸੋਧਾਂ ਨਹੀਂ ਨਾ, ਉਹਨਾਂ ਨੂੰ ਸੂਤ ਆ ਰਹੀਆਂ ਨਹੀਂ ਜੀ। ਗੱਲ ਤਾਂ ਇਹ ਹੈ, ਜੇ ਉਹ ਆ ਜਾਣ ਤਾਂ ਫਿਰ ਯਾਰ ਕਿਹਦਾ ਜੀ ਕਰਦਾ ਇੱਥੇ ਬੈਠਣ ਨੂੰ। ਇੰਨੇ ਪਾੜੇ 'ਚ ਬੈਠੇ ਆ, ਸਾਰੇ ਘਰ-ਬਾਰ ਛੱਡੀ ਬੈਠੇ ਆ, ਪੌਣੇ 2 ਮਹੀਨੇ ਹੋ ਚੱਲੇ ਜੀ। ਬਾਕੀ ਸਰਕਾਰ ਦੀ ਇੱਛਾ ਹੈ ਜਿਵੇਂ ਤਾਂ ਚਾਹੁੰਦੀ ਹੈ। 50 ਦਿਨ ਹੋ ਚੁੱਕੇ ਨੇ, 51ਵਾਂ ਦਿਨ ਵਰਦੀ ਠੰਡ ਮੀਂਹ ਦੇ ਵਿੱਚ ਕਿਸਾਨ ਇੱਥੇ ਡਟੇ ਹੋਏ ਨੇ। ਕਿਸਾਨ ਕਹਿ ਰਹੇ ਨੇ ਸਾਨੂੰ ਕੀ ਲੋੜ ਆ ਘਰ-ਬਾਰ ਛੱਡਣ ਦੀ। ਕੀ ਕਹਿਣਾ ਚਾਹੁੰਦੇ ਹੋ ਅੱਜ ਦੀ ਮੀਟਿੰਗ ਦੇ ਵਿੱਚ? हरियाणा से जिन से आया जो किसान सौदा करना चाह रही है, किसानों के सरकार के मन में खोट है, कसूर है। जब मेरा बुखार है, दवाई दे रही है कैंसर की, कैंसर मेरा है नहीं, हमने तो MSP लेके जाना है। ये कानून ਤਾਂ ਐਂਬੂਲੈਂਸ ਗੁਜ਼ਰ ਰਹੀ ਆ, ਤਾਂ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਇੱਥੇ ਪ੍ਰਬੰਧ ਕੀਤੇ ਗਏ ਨੇ। ਤਾਂ ਐਂਬੂਲੈਂਸ ਨੂੰ ਰਸਤਾ ਦਿੱਤਾ ਗਿਆ। MSP से कम हम नहीं मानने वाले। तीनों काले कानून वापिस होंगे और वापिस सरकार ने करने पड़ेंगे। हमने स्वामीनाथन रिपोर्ट मांगी है, ये कानून किसान ने कभी नहीं मांगा और नहीं इससे कम हमने कोई सरकार की बात मंजूर नहीं है। ਤਾਂ ਸਾਫ਼ ਕਰ ਰਹੇ ਨੇ ਕਿਸਾਨ, ਚਾਹੇ ਪੰਜਾਬ ਦੇ ਹੋਣ, ਹਰਿਆਣੇ ਦੇ ਹੋਣ ਜਾਂ ਫਿਰ ਦੇਸ਼ ਦਾ ਕਿਤੇ ਵੀ ਕਿਸਾਨ ਹੋਵੇ, ਤਾਂ ਉਹ ਇਹੀ ਗੱਲ ਕਹਿ ਰਿਹਾ ਕਿ ਕਾਨੂੰਨ ਵਾਪਸ ਲਏ ਬਿਨਾ ਹੋਰ ਕੋਈ ਵੀ ਗੱਲ ਮਨਜ਼ੂਰ नहीं। अन्नदाता की वो आवाज सुने। बिल्कुल, आप देख सकते हैं कि सभी कांग्रेस के नेता हैं जो मैदान के अंदर आए हुए हैं और लगातार राजभवन की ओर